श्री वाहेगुरु साहिब। कवन गुण कहेगा तू साहिब गुनी निधान। तुमरी महिमा बरन न साकू, तुमरी महिमा बरन न साकू। तू ठाकुर ऊच भगवान। ज्ञान ध्यान किश कर्म न जाना, सार न जाना तेरी। सब ते वड्डा सतगुरु नानक, जिन कल राखी फिरत फिरत प्रभ आया, परियां तो चरनाए। नानक की प्रभ बेनती, अपनी भगति लाए। धन गुरु नानक। धन गुरु नानक। एक ओंकार सतनाम करता पुरख निरभउ निर्वैर। हर मूर्ति अयुनी सैभं गुर प्रसाद। जप आद सच जुगाद सच है भी सच। नानक होसी भी सच। एक ओंकार सतनाम करता पुरख निरभउ निर्वैर। अकाल मूर्त अयुनी गुर प्रसाद। जप आद सच जुगाद सच है भी सच। नानक होसी भी सच। एक ओंकार सतनाम करता पुरख निरभउ निर्वैर। अकाल मूर्त अजूनी सैभं गुर प्रसाद। जप आद सच जुगाद सच है भी सच। नानक होसी भी सच। सतनाम करता पुरख निरभउ निर्वैर। अकाल मूरत अजूनी सैभं गुर प्रसाद। जप आद सच जुगाद सच है भी सच। नानक होसी भी सच। धन गुरु नानक। धन गुरु नानक। गुरु नानक देव जी महाराज बगदाद दे विच गए। उथे गुरु साहब ने कीर्तन किया। नाल गुरु साहब ने जदों अमृत वेले बाणी गाई। ये जपजी साहब की बाणी गुरु नानक साहब ने उचारी सुल्तानपुर संत घाट वाली जगह ते। गुरु नानक देव जी ने बाणी उचारी दरगाह चों, सचखंड चों बाणी दरगाह चों लेके आती। बाबा जी कहते बाणी तो दरगाहों आई। ये ना समझो किसी कवि की रचना है, किसी ने कविता लिखी है, लेख लिखे या नहीं। ये जो दरगाह का फरमान होया है वही होया है।
ਜੋ ਸੱਚੇ ਵਾਹਿਗੁਰੂ ਨੇ ਚਾਰੀ। ਬਾਣੀ ਧੁਰ ਦਰਗਾਹੋਂ ਆਈ, ਪੜਦਾ ਪਾਪੀਆਂ ਦੇ ਤਾਰਨੇ। ਬਾਣੀ ਧੁਰ ਦਰਗਾਹੋਂ ਆਈ, ਪਾਪੀਆਂ ਦੇ ਤਾਰਨੇ ਨੂੰ। ਬਾਣੀ ਧੁਰ ਦਰਗਾਹੋਂ ਆਈ, ਪਾਪੀਆਂ ਦੇ ਤਾਰਨੇ ਨੂੰ। ਦਰਗਾਹੋਂ ਆਈ, ਪਾਪੀਆਂ ਦੇ ਤਾਰਨੇ। ਬਾਣੀ ਧੁਰ ਦਰਗਾਹੋਂ ਆਈ, ਪਾਪੀਆਂ ਦੇ ਤਾਰਨੇ ਨੂੰ। ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਬਿਆਨ ਸੀ ਕਿ ਸਰਕਾਰ ਨੂੰ ਚਾਹੀਦੇ ਤਾਂ ਸੀ ਗੁਰਦੁਆਰੇ ਖੋਲ੍ਹਣੇ, ਉਹਨਾਂ ਨੇ ਠੇਕੇ ਖੋਲ੍ਹਤੇ। ਖੋਲ੍ਹਣਾ ਸੀ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਤੇ ਖੋਲ੍ਹਤੀ ਜ਼ਹਿਰ ਪੀਵੋ ਤੇ ਮਰੋ। ਜਦੋਂ ਦੇ ਉਹਨਾਂ ਨੇ ਠੇਕੇ ਖੋਲ੍ਹਿਆ ਨਾ, ਪੰਜਾਬ ਦੀ ਸਰਕਾਰ ਦਾ ਇੱਕ ਦਿਨ ਸੁੱਖ ਦਾ ਨਹੀਂ ਲੰਘਿਆ। ਕਿਤੇ ਕੋਈ ਸ਼ਰਾਬ ਦੀ ਲੜਾਈ, ਕਿਤੇ ਕੋਈ ਦੋਸ਼। ਇਹਨਾਂ ਨੂੰ ਸੋਝੀ ਨਹੀਂ ਕਿ ਬਾਬੇ ਨਾਨਕ ਦੀ ਬਾਣੀ ਸਾਨੂੰ ਤਾਰੇਗੀ। ਬਾਣੀ ਗੁਰੂ ਨਾਨਕ ਦੀ ਬਾਣੀ ਤਾਰੇਗੀ ਤੇ ਜ਼ਹਿਰ ਵਾਲਾ ਪਾਣੀ ਮਾਰੇਗਾ। ਬਾਬਾ ਨਾਨਕ ਸਾਨੂੰ ਤਾਰੇਗਾ ਤੇ ਜ਼ਹਿਰ ਮਾਰੇਗਾ। ਸਮਝ ਨਹੀਂ। ਕਿ ਸਾਨੂੰ ਚਾਹੀਦਾ ਗੁਰੂ ਨਾਨਕ ਦੀ ਬਾਣੀ ਗਾਉਣ। ਵੈਸੇ ਆਪਣੇ ਮਹਾ ਸੰਪੜ ਪਾਠ ਚੱਲ ਰਹੇ ਨੇ। ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਮਹਾ ਸੰਪੜ ਪਾਠ ਕਰਦੇ ਹਾਂ। ਇੱਧਰ ਲੋਕਡਾਊਨ ਦੇ ਵਿੱਚ ਹੁਕਮ ਨਹੀਂ ਵੀ ਕਿਤੇ ਬੰਦੇ 20 ਇਕੱਠੇ ਹੋਣ, ਪਰ ਸਾਨੂੰ 20-25 ਬੰਦੇ ਅੰਦਰ ਵਾੜਨੇ ਪੈਂਦੇ ਆ। ਦੂਜਾ ਅਸੀਂ ਜ਼ਰੂਰ ਖਿਆਲ ਰੱਖਦੇ ਉਹਨਾਂ ਦੀ ਸਿਹਤ ਦਾ। ਕੋਈ ਵਿੱਚ ਬਿਮਾਰ ਬੰਦਾ ਹੋ ਜਾਣਾ ਹੋਵੇ, ਦੂਜਿਆਂ ਦਾ ਨੁਕਸਾਨ ਹੋਵੇ, ਫਿਰ ਕੋਈ ਨਾਲ ਦਵਾਈਆਂ ਵੀ, ਡਾਕਟਰ ਵੀ। ਉਹਨਾਂ ਨੇ ਸਰਕਾਰ ਦਾ ਸਹਿਯੋਗ ਹੈ ਵੀ ਕਰੋ ਜਿੰਨੇ ਹੁੰਦੇ ਆ। ਪਰ ਉਹ ਕਮੇਟੀ ਦੇ ਪ੍ਰਧਾਨ ਦਾ ਬਿਆਨ ਸੀ ਵੀ ਠੇਕਿਆਂ ਨਾਲੋਂ ਗੁਰਦੁਆਰੇ ਖੋਲ੍ਹਣੇ ਚਾਹੀਦੇ। ਗੁਰੂ ਘਰਾਂ ਵਿੱਚ ਬਾਣੀ ਨਾਲ ਲੋਕ ਮਰਨਗੇ ਨਹੀਂ, ਤਰਨਗੇ। ਗੁਰੂ ਘਰ 'ਚ ਨਾਮ ਜਪਣਗੇ, ਸੇਵਾ ਕਰਨਗੇ, ਲੋਕ ਤਰਨਗੇ। ਅੱਜ ਤੱਕ ਇਹੀ ਤੁਰਿਆ ਆਉਂਦਾ ਸੀ ਕਿ ਬਾਬੇ ਦੀ ਬਾਣੀ ਤਾਰਦੀ ਏ। ਗੁਰੂ ਘਰ ਜਾਈਏ ਤਰ ਜਾਵਾਂਗੇ, ਸੇਵਾ ਕਰਾਂਗੇ ਤੇ ਅਸੀਂ ਦੁੱਖਾਂ ਤਕਲੀਫਾਂ ਤੋਂ ਬਚ ਜਾਵਾਂਗੇ। ਅੱਜ ਇੰਨਾ ਡਰ ਪੈ ਗਿਆ ਕਿ ਗੁਰੂ ਘਰ ਜਾ ਕੇ ਕਿਤੇ ਮਰ ਨਾ ਜਾਈਏ, ਕਿਤੇ ਬਿਮਾਰੀ ਨਾ ਲੱਗ ਜਾਏ। ਅਕਾਲ ਤਖਤ ਦੇ ਜਥੇਦਾਰ ਨੇ ਆਖਿਆ ਹੈ ਕਿ ਜ਼ਰੂਰ ਜਿਹੜੇ ਹਜ਼ੂਰ ਸਾਹਿਬ ਤੋਂ ਬੰਦੇ ਆਏ ਆ, ਉਹਨਾਂ ਦੇ ਉੱਤੇ ਬਿਮਾਰੀ ਦਾ ਅਸਰ ਹੋਇਆ ਹੈ ਰਾਹ 'ਚ। ਉਹ ਵੀ ਗਲਤੀਆਂ ਦੇ ਕਾਰਨ ਕਿ ਵਿੱਚ ਹੀ ਮਜ਼ਦੂਰ ਆਦਮੀ ਇੱਧਰ ਉੱਧਰ ਦੇ ਮਹਾਰਾਸ਼ਟਰ ਵਿੱਚ ਬਿਮਾਰੀ ਉਹ ਵਾੜ ਤੇ ਬੱਸਾਂ 'ਚ 2-2 4-4 ਕਰਕੇ ਤੇ ਸਾਰਿਆਂ ਨੂੰ ਤਕਲੀਫ ਹੋਈ। ਪਰ ਸਾਨੂੰ ਵਿਸ਼ਵਾਸ ਹੈ, ਜਥੇਦਾਰ ਕਹਿੰਦਾ ਸੀ ਸਾਨੂੰ ਵਿਸ਼ਵਾਸ ਹੈ ਕਿ ਇਹ ਸਾਰੇ ਠੀਕ ਹੋਣਗੇ। ਆਖੋ ਸੀ ਇਹ ਸਾਰੇ ਦੇ ਸਾਰੇ ਠੀਕ ਹੋ ਜਾਣਗੇ। ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ। ਹਜ਼ੂਰ ਸਾਹਿਬ ਦੇ ਜਿੰਨੇ ਵੀ ਸੀ, ਕਹਿੰਦੇ ਮੈਂ ਅੱਜ ਸੇਵਾ ਕਰਾਂ ਤੇ ਅੱਜ ਹੀ ਮੈਨੂੰ ਮਿਲਣੀ ਚਾਹੀਦੀ। ਦਾਤ ਮਹੀਨਾ ਕੀਤੀ ਮੈਨੂੰ ਹੁਣੇ ਮਿਲਣੀ ਚਾਹੀਦੀ। ਨਹੀਂ, ਸਬਰਾਂ ਦੇ ਪੈਂਡੇ ਦੂਰ ਦੇ ਹੁੰਦੇ ਆ। ਸਬਰ ਦੇ
ਤੇ ਸਬਰ ਦੇ ਨਾਲ ਤੁਰੇ ਜਾਣਾ ਹੈ, ਪਰ ਕੰਮ ਜ਼ਰੂਰ ਹੋਏਗਾ। ਮੇਰੇ ਦਾਤਾ ਦੇ ਘਰ ਵਿੱਚ ਦੇਰ ਤਾਂ ਹੈਗੀ ਏ, ਪਰ ਹਨੇਰ ਨਹੀਂ ਜੋ ਤੁਸੀਂ ਮੰਗਦੇ ਜੇ। ਮੰਗਣਾ ਨਾ ਛੱਡਿਓ, ਉਹਦਾ ਦਰਵਾਜ਼ਾ ਨਾ ਕਹਿੰਦੇ ਜੇ ਤੈਨੂੰ ਲੋੜ ਏ ਭੁੱਖੇ ਤੂੰ ਉਹਦਾ ਦਰਵਾਜ਼ਾ ਖੜਕਾਉਂਦੇ ਹੀ ਰਹਿਣਾ ਹੈ। ਖੜਕਾਉਂਦਿਆਂ ਦਰਵਾਜ਼ਾ ਤੇਰੀ ਇੱਕ ਦਿਨ ਜ਼ਰੂਰ ਪੁਕਾਰ ਸੁਣੇਗਾ। ਪੜੋ। ਰਾਤ ਦਿਵਸ ਕੇ ਕੂਕਣੇ, ਰਾਤ ਦਿਵਸ ਕੇ ਕੂਕਣੇ, ਰਾਤ ਦਿਵਸ ਕੇ ਕੂਕਣੇ, ਰਾਤ ਦਿਵਸ ਕੇ ਕੂਕਣੇ। दाता कबू तो सुने पुकार, रात दिवस के कूकड़े, रात दिवस के कूकड़े, कबू तो सुने पुकार साडी। रात दिवस के कूकणे, रात दिवस के कूकणे। ओ कबू तो सुने पुकार के कूकणे, रात दिवस के कूकणे, कबू तो सुने पुकार। रात दिवस के कूकणे, रात दिवस के कूकणे। ਇਹ ਸੁਭਾਅ ਮੇਰੇ ਮਨ ਚ ਆਇਆ ਵੀ ਗੁਰੂ ਨੇ ਸਾਡੇ ਤੇ ਕਿਰਪਾ ਕੀਤੀ ਕਿ ਚਲੋ ਗੁਰੂ ਸਾਹਿਬ ਦੀ ਬਾਣੀ ਬਹੁਤ ਵੱਡੀ ਹੈ, ਬਹੁਤ ਬਾਣੀ ਹੈ। ਮਹਾਂਪੁਰਸ਼ 5 ਗ੍ਰੰਥੀ ਦੇ ਪਾਠ ਵੀ ਕਰਦੇ ਆ ਕਈ ਸਾਧੂ ਨੇ, ਕਈ ਮਹਾਂਪੁਰਸ਼ ਬਹੁਤ ਬਾਣੀਆਂ ਪੜ੍ਹ ਕੇ ਫਿਰ ਪਾਣੀ ਮੂੰਹ ਨੂੰ ਲਾਉਂਦੇ ਆ। ਖਾਸ ਕਰਕੇ ਟਕਸਾਲ ਵਿੱਚ ਬਾਣੀ ਦੇ ਬਹੁਤ ਅਭਿਆਸ ਕਰਾਏ ਜਾਂਦੇ ਹਨ। ਸੰਤ ਸੁੰਦਰ ਸਿੰਘ ਜੀ ਵੇਲੇ ਤੋਂ ਲੈ ਕੇ ਜਥੇ ਦੇ ਵਿੱਚ ਜਿਹੜੇ ਵਿਦਿਆ ਪੜ੍ਹਦੇ ਆ, ਬੜੇ ਬੜੇ ਅਭਿਆਸੀ ਹੁੰਦੇ ਸੇਵਕ, ਉਹਨਾਂ ਨੂੰ ਅਭਿਆਸ ਕਰਾਏ ਜਾਂਦੇ ਆ। ਇਹ ਬਾਣੀ ਨਾਲ ਅਸੀਂ ਜੁੜਾਂਗੇ, ਸਾਡੀ ਬਹੁਤ ਰੱਖਿਆ ਹੋਏਗੀ, ਬੜੀ ਕਿਰਪਾ ਹੋਏਗੀ। ਮੈਂ ਕਿਹਾ ਸਾਨੂੰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ, ਕਰਮ ਕੋਈ ਚੰਗਾ ਨਹੀਂ ਸੀ, ਭਾਗ ਕੋਈ ਚੰਗਾ ਨਹੀਂ ਸੀ, ਪਰ ਬਾਬੇ ਨਾਨਕ ਦੀ ਬਾਣੀ ਕਹਿੰਦੇ ਲੈ ਜਾ ਨਾਮ ਦੇ ਸਹਾਰੇ ਰੋੜ ਰਾੜ ਕੇ। ਠੀਕ ਹੈ, ਸਾਡੇ ਕਰਮ, ਸਾਡੇ ਕਾਰੋਬਾਰ ਇਹੋ ਜਿਹੜੇ ਕੋਈ ਚੰਗੇ ਕਰਮ ਪੂਰਬ ਜਨਮ ਹੋਂ ਤਬ ਕਾਹੀਨਾ, ਕੋਈ ਤਪੱਸਿਆ ਕੀਤੀ ਨਹੀਂ ਪਿਛਲੇ ਜਨਮ। ਆਵ ਕਹੋ ਰਾਮ ਕਮਣ ਗਤ ਮੋਹਰੀ, ਤਜੀ ਲੈ ਬਨਾਰਸ ਪਈ ਮਤ ਪਈ ਥੋਰੀ। ਜਿਉ ਜਲ ਛੋੜ ਬਾਹਰ ਭਇਓ ਮੀਨਾ, ਪੂਰਬ ਜਨਮ ਹੋ ਤਬ ਕਾਹੀਨਾ। ਜੇ ਸਾਡੇ ਪੂਰਬੇ ਜਨਮ ਵਿੱਚ ਸਾਡੇ ਤੇ ਰੰਗ ਚੜਿਆ ਹੁੰਦਾ ਬਾਣੀ ਦਾ, ਅੱਜ ਸਾਨੂੰ ਮੁਸ਼ਕਲ ਨਾ ਹੋਣੀ। ਅੱਜ ਮੁਸ਼ਕਲ ਵਿੱਚ ਆ ਕੇ ਰੰਗ ਪਿਛਲੇ ਜਨਮ ਚੜਿਆ ਨੇ, ਹੁਣ ਵੀ ਗੁਰੂ ਕਿਰਪਾ ਕਰੇ ਤੇ ਰੰਗ ਛੋੜ ਚਾੜੇ। ਫਿਰ ਆ ਸਕੂਲ ਸ਼ੁਰੂ ਕੀਤੇ ਤੇ ਨਾਲ ਸਕੂਲ ਦੇ ਵਿੱਚ ਆਖਿਆ ਕਿ ਸਭ ਤੋਂ ਪਹਿਲੋਂ ਬੱਚਾ ਜਪਜੀ ਸਾਹਿਬ ਕਰੇ। ਅੱਜ ਸਕੂਲ ਦੇ ਵਿੱਚ 3 ਸਾਲ ਦੇ ਬੱਚੇ ਦੇ ਵੀ ਕੰਨਾਂ 'ਚ ਜਪਜੀ ਸਾਹਿਬ ਦੀ ਬਾਣੀ ਪੈਂਦੀ। 3 ਸਾਲ ਦਾ ਬੱਚਾ ਵੀ ਅਰਦਾਸ ਵਿੱਚ ਸ਼ਾਮਲ ਹੁੰਦਾ ਹੈ ਰੋਜ਼, ਹਰ ਸਕੂਲ 'ਚ। 3 ਸਾਲ ਦਾ ਬੱਚਾ ਅਰਦਾਸ ਤੋਂ ਬਾਅਦ ਘਰ ਨੂੰ ਜਾਂਦਾ ਹੈ। ਗੁਰੂਆਂ ਦੇ ਨਾਮ ਗੁਰਬਾਣੀ, ਕਈ 5-5 ਸਾਲ ਦੇ ਬੱਚਿਆਂ ਨੂੰ ਜਪਜੀ ਸਾਹਿਬ ਜ਼ਬਾਨੀ ਯਾਦ ਹੋ ਗਈ। ਇਹ ਇਹੋ ਜਿਹੀ ਗੁਰਮਤ ਮਿਲੇ ਸਾਨੂੰ। ਹੁਣ ਹੀ ਕਲਯੁਗ ਵਰਤਿਆ ਕਿ ਆ ਕੌਨਵੈਂਟ ਸਕੂਲ ਇਹਦੇ 'ਚ ਪੜ੍ਹੋ, ਆਰੀਆ ਸਮਾਜ ਦਾ, ਈਸਾਈਆਂ ਦਾ, ਆ ਫਲਾਣੇ ਬੜਾ ਵਧੀਆ ਸਕੂਲ ਹੈ, ਬੜੀਆਂ ਸਹੂਲਤਾਂ। ਅੱਜ ਹੀ ਇਹ ਕੋਈ ਚੱਲਿਆ।
ਪਹਿਲੋਂ ਹਰ ਇੱਕ ਬੱਚਾ ਆਪਦਾ ਆਪਦੇ ਧਰਮ 'ਚ ਦਿੰਦਾ ਸੀ। ਰਿਸ਼ੀਆਂ ਮੁਨੀਆਂ ਕੋਲ ਪੜ੍ਹਾਈ ਹੁੰਦੀ ਸੀ, ਗੁਰਦੁਆਰਿਆਂ ਵਿੱਚ ਪੜ੍ਹਾਈ ਹੁੰਦੀ ਸੀ ਕਿ ਬੱਚਾ ਦੁਨਿਆਵੀ ਵਿੱਦਿਆ ਦੇ ਨਾਲ ਹੀ ਗੁਰਮਤ ਸਿੱਖ ਜਾਂਦਾ ਸੀ, ਨਾਲ ਹੀ ਗੁਰਬਾਣੀ ਸਿੱਖ ਜਾਂਦਾ ਸੀ, ਨਾਲ ਹੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਨੀ ਸਿੱਖ ਜਾਂਦਾ ਸੀ। 10-11 ਸਾਲ ਦੀ ਉਮਰ 'ਚ ਮੈਂ ਨਾਨਕਸਰ ਆਇਆ ਬਾਬਾ ਜੀ ਕੋਲ, ਪਰ 8 ਸਾਲ ਦੀ ਉਮਰ 'ਚ ਸਾਡਾ ਗੁਰਦੁਆਰਾ ਛੋਟਾ ਜਿਹਾ ਸੀ, ਪਿੰਡ 'ਚ ਮਸੀਤ ਸੀ, ਮਸੀਤ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤੇ ਸੀ। ਛੋਟਾ ਜਿਹਾ ਪਿੰਡ ਸੀ, ਮੁਸਲਮਾਨਾਂ ਦਾ ਸੀ, ਪਾਕਿਸਤਾਨੋਂ ਆਣ ਕੇ ਉੱਥੇ ਬੈਠੇ, ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਸੀ। ਤੇ ਕਈ ਵਾਰੀ ਮੈਨੂੰ ਭੇਜ ਦਿੰਦੇ ਸੀ 8-9 ਜਾ ਬਾਬੇ ਨੂੰ ਬਿਰਾਜਮਾਨ ਕਰ ਰਿਹਾ, ਬਾਬੇ ਦੀ ਦੇ ਸਵੇਰੇ ਪ੍ਰਕਾਸ਼ ਵੀ ਕਰ ਲੈਣੇ। ਚੰਗੇ ਸੰਯੋਗ ਪੈਦਾ ਹੁੰਦੇ ਆ, ਚੰਗੇ ਲਗਨ ਪੈਦਾ ਹੁੰਦੇ ਆ, ਜਿਨ੍ਹਾਂ ਨੇ ਜਿਹੜੇ ਗੁਰੂ ਸਾਹਿਬ ਦੇ ਨਾਲ ਜੁੜਦੇ, ਜਿਹੜੇ ਸਵੇਰੇ ਉੱਠ ਕੇ ਪਹਿਲੋਂ ਇਸ਼ਨਾਨ ਕਰਦੇ, ਜਪਜੀ ਸਾਹਿਬ ਪੜ੍ਹਦੇ ਆ, ਉਹਨਾਂ ਦੇ ਚੰਗੇ ਕਰਮ ਪੈਦਾ ਹੁੰਦੇ ਆ। ਜੇ ਘਰ ਵਿੱਚ ਚੰਗੇ ਕਾਰਜ ਕਰ ਲਈਏ, ਘਰ 'ਚ ਪ੍ਰਵੇਸ਼ ਕਰਨ ਤੋਂ ਤੇ ਸੁਖੀ ਰਹੀਦਾ ਨਾ। ਕੋਈ ਕਾਰੋਬਾਰ ਖੋਲਣ ਲੱਗਿਆ, ਮਹਾਂਪੁਰਸ਼ ਸੱਦ ਕੇ ਚੰਗਾ ਮਹੂਰਤ ਕਰਾ ਲਈਏ, ਗੁਰਮਤਿ ਅਨੁਸਾਰ ਦੇ ਕਾਰੋਬਾਰ ਠੀਕ ਚੱਲਦੇ ਆ ਨਾ। ਜਿੰਦਾ ਦਿਨ ਗੁਰੂ ਦੇ ਨਾਲ ਚੜਿਆ ਹੈ ਨਾ ਭਾਈ, ਉਹਦਾ ਦਿਨ ਮਾੜਾ ਨਹੀਂ ਹੋ ਸਕਦਾ। ਮਾੜਾ ਹੁੰਦਾ ਹੈ ਜਿੰਦਾ ਗੁਰੂ ਦੇ ਨਾਲ ਨਹੀਂ ਦਿਨ ਚੜਿਆ। ਜਿੰਦਾ ਕਲਯੁਗ ਦੇ ਨਾਲ ਦਿਨ ਚੜਿਆ, ਲੜਾਈ ਨਾਲ, ਕਲੇਸ਼ ਨਾਲ, ਉੱਠਦੇ ਆਈ ਤੂੰ ਮੈਂ ਤੋਏ ਹੋ ਗਈ, ਤੇ ਸਾਰਾ ਦਿਨ ਮਨ ਤਪਦਾ ਹੀ ਰਹੇਗਾ। ਡਾਕਟਰ ਵੈਦ ਹਕੀਮ ਕਹਿੰਦੇ ਵੀ ਆਹ ਦਵਾਈ ਨਿਰਣੇ ਕਾਲਜੇ ਖਾਵੀ। ਪਤਾ ਹੈ ਕਿ ਨਿਰਣੇ ਕਾਲਜੇ ਦੀ ਦਵਾਈ ਬਹੁਤ ਜ਼ਿਆਦਾ ਅਸਰ ਕਰਦੀ। ਸਾਰਾ ਦਿਨ ਖਾਓ ਤੇ ਨਿਰਣੇ ਕਾਲਜੇ, ਕੋਈ ਗਰਮ ਠੰਡੀ, ਕੋਈ ਉਹੋ ਜਿਹੀ ਚੀਜ਼ ਸਵੇਰੇ ਨਿਰਣੇ ਕਾਲਜੇ ਖਾ ਲਈਏ, ਸਾਰਾ ਦਿਨ ਸਰੀਰ ਠੀਕ ਨਹੀਂ ਹੁੰਦਾ। ਭਾਈ ਜਿਹਨੇ ਨਿਰਣੇ ਕਾਲਜੇ ਗੁਰੂ ਦੀ ਬਾਣੀ ਪੜ੍ਹੀ ਹੈ ਨਾ, ਉਹ ਗੁਰੂ ਉਹਦਾ ਜ਼ਰੂਰ ਸਾਥ ਦੇਗਾ ਸਾਰਾ ਦਿਨ। ਗੁਰੂ ਉਹਦਾ ਸਦਾ ਸਹਾਈ ਰਹੇਗਾ। ਮਹਾਂਪੁਰਸ਼ ਕਹਿੰਦੇ ਸੀ ਘੱਟ ਤੋਂ ਘੱਟ ਜਪਜੀ ਸਾਹਿਬ ਪੜ੍ਹ ਕੇ ਹੀ ਕੋਈ ਨਾ ਕੋਈ ਛੱਡ। ਇਹ ਰੁਟੀਨ ਬਣਾ ਲਾ ਕਿ ਮੈਂ ਜਪਜੀ ਸਾਹਿਬ ਪੜ੍ਹੇ ਤੋਂ ਬਗੈਰ ਕੁਝ ਮੂੰਹ ਨਹੀਂ ਲਾਉਣਾ। ਜਦੋਂ ਵੀ ਕੋਈ ਖਾਣ ਨੂੰ ਜੀ ਕਰੇਗਾ ਫਿਰ ਜਪਜੀ ਸਾਹਿਬ ਪੜ੍ਹੇਗਾ ਨਾ। ਬਾਣੀ ਦੁੱਖਾਂ ਨੂੰ ਕੱਟਦੀ ਏ, ਬਾਣੀ ਸੁਖ ਦਿੰਦੀ ਏ। ਗੁਰਬਾਣੀ ਹੀ ਆਸਰਾ ਹੈ ਸਾਡੇ ਕੋਲ। ਅੱਜ ਦੁੱਖ ਤਕਲੀਫ ਆਏ ਆ ਤੇ ਉਹ ਮਾਂ ਸੰਪੜ ਪਾਠ ਰੱਖੇ ਆ ਜਿਹੜੇ ਭਾਈ ਕੋਈ ਕਰ ਨਹੀਂ ਸਕਦਾ। ਇਹ ਮਾਂ ਸੰਪੜ ਕਰਨਾ ਕੋਈ ਸੌਖਾ ਨਹੀਂ। ਬੜੇ ਖੰਡ ਪਾਠ ਲੜੀਆਂ ਚੱਲਦੀਆਂ, ਬੜੇ ਪਾਠ ਹੁੰਦੇ ਆ 2 ਦਿਨਾਂ 'ਚ ਪੂਰੇ ਗੁਰੂ ਗ੍ਰੰਥ ਸਾਹਿਬ ਪੜ੍ਹੇ ਜਾਂਦੇ ਆ। ਇਹਦੇ ਤੇ ਪੜ੍ਹਦੇ ਆ 21 ਦਿਨ ਲੱਗ ਜਾਂਦੇ। ਤੇ ਪੜ੍ਹਨੇ ਨਹੀਂ ਇਕੱਲੇ, ਬਹਿ ਕੇ ਸੁਣਨਾ ਵੀ ਹੈ, ਕਿਰਪਾਨ ਨਾਲ ਪਹਿਰਾ ਵੀ ਦੇਣਾ ਹੈ, ਚੌਰ ਵੀ ਕਰਨਾ ਹੈ। ਬੀਬੀਆਂ ਨੇ ਵੀ ਮਰਜ਼ਾਦਾ ਨਾਲ ਲੰਗਰ ਤਿਆਰ ਕਰਨਾ ਹੈ। ਇੱਕ ਖੰਡ ਪਾਠ ਦੇ ਨਾਲ 25, 30, 40 ਜਣੇ ਲੱਗੇ ਹੋਏ ਨੇ ਤੇ ਇਹ 2 ਦਿਨਾਂ 'ਚ ਭੋਗ ਨਹੀਂ ਪਾਇਆ ਜਾਣਾ। ਇਹਦਾ 21 ਦਿਨਾਂ 'ਚ ਭੋਗ ਹੋਏ ਨੇ। ਇਹਦੇ 'ਚ ਪੰਕਤੀ ਤੇ ਸੰਪਟ ਹੈ ਕਿ ਹਰੇਕ ਪੰਕਤੀ ਪੜ੍ਹ ਕੇ ਤੇ ਫਿਰ ਆਪਦੀ ਵੀ ਅਰਦਾਸ ਕਰੋ, ਸੰਪਟ ਲਾਓ, ਫਿਰ ਪੰਕਤੀ ਪੜ੍ਹੋ, ਫਿਰ ਸੰਪਟ ਲਾਓ, ਫਿਰ ਪੰਕਤੀ ਪੜ੍ਹੋ, ਫਿਰ ਸੰਪਟ ਲਾਓ। ਇੱਥੇ ਨਾਲ ਸੰਪਟ ਲੱਗ ਰਿਹਾ ਹੈ।
ਇੱਕ ਜਿਹੜੀ ਬੇਨਤੀ ਵਾਰ-ਵਾਰ ਹੋਈ ਜਾਣੀ ਉਹ ਫਿਰ ਕਾਰਜ ਪੂਰਾ ਹੋ ਜਾਂਦਾ ਹੈ। ਆਖੋ ਸੀ ਸੱਟ ਤੇ ਸੱਟ ਪਈ ਜਾਵੇ, ਸੱਟ ਤੇ ਸੱਟ ਭਾਂਡੇ ਬਣ ਜਾਂਦੇ ਆ, ਬੜੀਆਂ ਬੜੀਆਂ ਚੀਜ਼ਾਂ ਘੜੀਆਂ ਜਾਂਦੀਆਂ ਮਾਰ ਮਾਰ ਕੇ ਸੱਟਾਂ, ਬੜੇ ਬੜੇ ਵਲ ਵਿੰਗ ਕੱਢੇ ਜਾਂਦੇ ਆ ਸੱਟਾਂ ਦੇ ਨਾਲ। ਇਹ ਗੁਰਬਾਣੀ ਦੀ ਸੱਟ ਹੁੰਦੀ ਹੈ। ਜਦੋਂ ਵਾਰ-ਵਾਰ ਉਹਦਾ ਸੰਪਟ ਲਾਉਣਾ, ਵਾਰ-ਵਾਰ ਮੂਲ ਮੰਤਰ ਦੇ ਜਾਪ, ਵਾਰ-ਵਾਰ ਵਾਹਿਗੁਰੂ ਦੇ ਜਾਪ, ਇਹ ਮਨ ਕਦੇ ਤਾਂ ਸਿੱਧਾ ਹੋਏਗਾ ਨਾ, ਕਿਤੇ ਤਾਂ ਗੁਰੂ ਨਾਲ ਜੁੜੇਗਾ। ਜਨਮ ਲੰਘ ਜਾਣੇ ਆ, ਉਮਰਾਂ ਬੀਤ ਜਾਣੀਆਂ, ਸਾਡੇ ਤੋਂ ਪਹਿਲੋਂ ਬੜੇ ਗੁਜ਼ਰ ਗਏ, ਅਸੀਂ ਵੀ ਗੁਜ਼ਰ ਜਾਣਾ ਹੈ। ਭਾਈ ਕੋਈ ਚੰਗੀ ਵਸਤੂ ਨਾਲ ਲੈ ਜੀ। ਉਹਨਾਂ ਨੇ ਜੋ ਕੁਝ ਵੀ ਕੱਢਾ ਕੀਤਾ ਸੀ ਸਾਡੇ ਵੱਡੇ ਇੱਥੇ ਹੀ ਛੱਡ ਗਏ। ਜਿਹੜਾ ਉਹਨਾਂ ਦਾ ਸਰੀਰ ਸੀ ਉਹ ਵੀ ਇੱਥੇ ਹੀ ਰਹਿ ਗਿਆ ਸੀ, ਅਸੀਂ ਉਹਨੂੰ ਸੰਸਕਾਰ ਕੀਤਾ। ਉਹ ਕਿਹੜੀ ਚੀਜ਼ ਲੈ ਕੇ ਗਏ? ਉਹ ਲੈ ਕੇ ਗਿਆ ਚੰਗਿਆਈਆਂ ਬੁਰੀਆਈਆਂ ਵਾਚੇ ਧਰਮ ਹਦੂਰ। ਉਹ ਚੰਗਿਆਈਆਂ ਤੇ ਬੁਰੀਆਈਆਂ ਲੈ ਕੇ ਗਏ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਹੁਣ ਇਹ ਸੋਚ ਲਾ, ਤੇਰੀਆਂ ਚੰਗਿਆਈਆਂ ਤੇ ਬੁਰੀਆਈਆਂ ਹੀ ਰਹਿ ਜਾਣੀਆਂ, ਤੇਰੀਆਂ ਜ਼ਮੀਨਾਂ ਵੀ ਨਹੀਂ ਜਾਣੀਆਂ, ਤੇਰੇ ਪੁੱਤ ਧੀਆਂ ਪਰਿਵਾਰ ਵੀ ਨਹੀਂ ਜਾਣੇ। ਜਗ ਰਚਨਾ ਸਭ ਝੂਠੀ, ਝੂਠਾ ਹੀ ਸਰੀਰ ਹੈ। ਸਰੀਰ ਵੀ ਤੂੰ ਇਹਨਾਂ ਨੂੰ ਹੀ ਦੇ ਜਾਣਾ ਹੈ। ਤੇਰੇ ਜਾਣੇ ਅਮਲ ਜੇ ਕੀਤੇ ਦੁਨੀ ਵਿੱਚ ਦਰਗੇ ਆਏ ਕੰਮ। ਅਮਲ ਜਾਣਗੇ ਫਿਰ ਤੂੰ ਦੇਖ ਵੀ ਜਾਣੀਆਂ ਚੰਗਿਆਈਆਂ ਤੇ ਬੁਰੀਆਈਆਂ ਤੇ ਫਿਰ ਕਰ ਲਾ ਵੀ ਤੈਨੂੰ ਖੁੱਲੀ ਛੁੱਟੀ, ਬੁਰੀਆਈਆਂ ਵੀ ਕਰ ਲਾ। ਪਰ ਇਹਦਾ ਵੇਖੀ ਹਾਲ ਕੀ ਹੁੰਦਾ ਹੈ। ਚੰਗਿਆਈਆਂ ਕਰ ਲਾ, ਇਹਦਾ ਵੇਖੀ ਫਲ ਕੀ ਮਿਲਦਾ। ਡਰ ਕਿਉਂਕਿ ਤੂੰ ਮਰਨਾ ਹੈ। ਨਹੀਂ ਤੇਰੀਆਂ ਜ਼ਮੀਨਾਂ, ਨਹੀਂ ਤੇਰੇ ਸੰਬੰਧੀ, ਨਹੀਂ ਕੋਈ ਭੈਣ ਭਾਈ। ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋ। ਜਿਹੜਾ ਸਰੀਰ ਸਾਡੇ ਨਾਲ ਜਨਮਿਆ ਸੀ ਉਹ ਵੀ ਨਹੀਂ ਗਿਆ, ਤੇ ਬਾਕੀ ਕੀ ਲੈ ਕੇ ਜਾਣਾ? ਚੰਗਿਆਈਆਂ ਤੇ ਬੁਰੀਆਈਆਂ ਜਾਣੀਆਂ। ਉਹ ਕਰੀ ਜਾ ਭਲੇ ਭਲੇ ਸ਼ੁਭ ਸ਼ੁਭ ਕਰਮ ਕਰੀ ਜਾ। ਜਿਹੜਾ ਵੀ ਤੂੰ ਭਰੋਸੇ ਨਾਲ ਕਰੇਗਾ ਤੇਰੀ ਉਹੋ ਹੀ ਭਗਤੀ ਹੈ। ਜੋ ਵਿਸ਼ਵਾਸ ਨਾਲ ਕਰੇਗਾ ਤੇਰੀ ਭਗਤੀ ਹੈ। ਮਾਲਕ ਦੇ ਧਿਆਨ 'ਚ ਜੁੜਿਆ ਰਹੋ। ਗੁਰੂ ਸਾਹਿਬ ਨੇ ਮਿਹਰ ਕੀਤੀ ਕਿ ਤੁਹਾਡੇ ਇਲਾਕੇ 'ਚ ਇਹ ਗੁਰਸਿੱਖੀ ਦਾ ਸਕੂਲ ਬਣਿਆ ਹੈ। ਅਸੀਂ ਫੀਸਾਂ ਵੀ ਨਹੀਂ ਰੱਖੀਆਂ। ਪੜ੍ਹਾਈ ਤੇ ਬਹੁਤ ਜ਼ੋਰ ਹੈ ਕਿ ਚੰਗੀ ਹੋਵੇ, ਗੁਰਸਿੱਖੀ ਤੇ ਜ਼ੋਰ ਹੈ। ਫੀਸ ਵੀ ਕਿਹਾ ਕੋਈ ਫੀਸ ਨਹੀਂ ਲੈਣੀ ਮਹੀਨਾਵਾਰੀ, ਸਿਰਫ ਇੱਕੋ ਹੀ ਦਾਖਲੇ ਵਿੱਚ ਉਹ ਗੁਰਦਰਸ਼ਨਾ ਰੱਖੀ। ਉਹਨੂੰ ਭਾਵੇਂ ਸਾਲ 'ਚ 2 ਵਾਰੀ ਲੈ ਲੈਣ, ਭਾਵੇਂ 1 ਵਾਰੀ। ਮਹੀਨੇਵਾਰੀ ਫੀਸ ਮਾਫ ਕੀਤੀ ਹੈ। ਤੇ ਫਿਰ ਵੀ ਪਤਾ ਨਹੀਂ ਲੋਕਾਂ ਨੂੰ ਕਿੰਨੇ ਕੋਈ ਸ਼ੰਕੇ ਆ ਕਿ ਬਾਬਿਆਂ ਨੂੰ ਪਤਾ ਨਹੀਂ ਇਹਦੇ ਵਿੱਚ ਕੀ ਲਾਭ ਹੈ। ਇਹਨਾਂ ਨੇ ਕੀ ਇਹਦੇ ਵਿੱਚੋਂ ਲਾਭ ਕੱਢਣਾ। ਝੋਨੇ ਤੁਹਾਡੇ ਨਹੀਂ ਚੱਕਣੇ, ਕਣਕਾਂ ਤੁਹਾਡੀਆਂ ਨਹੀਂ ਚੱਕਣੀਆਂ, ਪੈਸੇ ਤੁਹਾਡੇ ਤੋਂ ਨਹੀਂ ਮੰਗੇ ਕਿਸੇ ਨੇ ਵੀ ਸਕੂਲ ਬਣਾਉਣਾ ਦਿਓ, ਬੱਚੇ ਪੜ੍ਹਾਓ, ਇਹ ਵੀ ਨਹੀਂ ਕਿ ਫੀਸਾਂ ਦਿਓ। ਤੁਹਾਡੇ ਬੱਚੇ ਗੁਰਸਿੱਖ ਬਣ ਕੇ ਤੁਹਾਨੂੰ ਮਾਂ-ਬਾਪ ਨੂੰ ਮੱਥਾ ਟੇਕਣ, ਮਾਂ-ਬਾਪ ਨੂੰ ਬਾਣੀ ਸੁਣਾਉਣ,
ਚੰਗੇ ਸ਼ੁਭ ਲੱਛਣਾਂ ਵਾਲੇ ਬਣਨ, ਚੰਗੇ ਕਰਮਾਂ ਵਾਲੇ ਬਣਨ, ਇਹ ਮਾੜੀ ਗੱਲ ਹੋਊਗੀ ਕਿ ਸ਼ਰਾਬਾਂ ਵਾਲੇ ਪਾਸੇ ਤੇ ਪਾਪ ਵਾਲੇ ਪਾਸੇ ਤੇ ਬੁਰਾਈਆਂ ਵਾਲੇ ਪਾਸੇ ਲੱਗਣ ਉਹੀ ਚੰਗੇ ਹੁੰਦੇ ਆ। ਉਹਨਾਂ ਦਾ ਰਿਜ਼ਲਟ ਬਹੁਤ ਮਾੜਾ ਹੈ। ਜਿਨ੍ਹਾਂ ਨੇ ਬੱਚਿਆਂ ਨੂੰ ਗੁਰਮਤਿ ਨਹੀਂ ਸਿਖਾਈ ਸੀ, ਪਾਠ ਨਹੀਂ ਸਿਖਾਈ ਸੀ, ਵੱਡੇ ਵੱਡੇ ਲੋਕ ਸੀ ਸਾਡੇ ਇਸ ਇਲਾਕੇ ਦੇ, ਗੰਗਾ ਨਗਰ ਦੇ, ਮਲੋਟ ਬੋਰ ਦੇ, ਚੰਗੀਆਂ ਜ਼ਮੀਨਾਂ ਵਾਲੇ, ਉਹਨਾਂ ਨੇ ਬੱਚਿਆਂ ਨੂੰ ਮਹਿੰਗੇ ਸਕੂਲ 'ਚ ਪੜ੍ਹਾਇਆ ਸੀ, ਮਹਿੰਗੇ ਸਕੂਲ 'ਚ ਛੱਡਿਆ ਸੀ। ਅਖੀਰ ਤੇ ਉਹਨਾਂ ਨੇ ਚੰਡੀਗੜ੍ਹ ਹੋਰ ਕਈ ਥਾਵਾਂ ਤੇ ਬੱਚਿਆਂ ਨੂੰ ਭੇਜਿਆ ਪੜ੍ਹਾਈ ਵਾਸਤੇ, ਪਰ ਨੁਕਸਾਨ ਬੜੇ ਹੋਏ ਆ। ਬੱਚਿਆਂ ਦੀਆਂ ਬਹੁਤ ਆਦਤਾਂ ਵਿਗੜੀਆਂ। ਪੂਰੀ ਗੁੰਡਾਗਰਦੀ ਚੱਲ ਰਹੀ ਹੈ ਚੰਡੀਗੜ੍ਹ ਦੇ ਵਿੱਚ, ਤੁਹਾਡੇ ਅਬੋਹਰ ਤੇ ਗੰਗਾ ਨਗਰ ਦੇ ਮੁੰਡਿਆਂ ਕੁੜੀਆਂ ਦੀ, ਜਿਹੜੇ ਉੱਥੇ ਪੜ੍ਹਦੇ ਆ। ਸਾਨੂੰ ਇੱਕ ਬੱਚੇ ਸਾਡੇ ਪੜ੍ਹ ਰਹੇ, ਰੱਜ ਕੇ ਉੱਥੇ ਸਭ ਕੁਝ ਹੋ ਰਿਹਾ ਹੈ, ਕਿਉਂਕਿ ਅਸੀਂ ਨਹੀਂ ਸਿਖਾਈ ਬਾਣੀ, ਨਹੀਂ ਸਿਖਾਏ ਪਾਠ, ਨਹੀਂ ਭੇਜਿਆ ਮਹਾਂਪੁਰਸ਼ਾਂ ਦੇ ਕੋਲ, ਨਹੀਂ ਭੇਜਿਆ ਸਾਧ ਸੰਗਤ 'ਚ। ਅਸੀਂ ਉਹਨਾਂ ਨੂੰ ਬੜੇ ਚੰਗੇ ਅਵਸਰ ਬਣਾਉਣੇ ਦੇਖਣਾ ਚਾਹੁੰਦੇ ਸੀ, ਪਰ ਕੰਮ ਖਰਾਬ ਹੋ ਰਹੇ ਨੇ ਗੁਰੂ ਦੀ ਮਿਹਰ ਤੋਂ ਬਿਨਾਂ। ਕਾਰਜ ਰਾਸ ਨਹੀਂ ਹੁੰਦੇ, ਬੱਚੇ ਨਸ਼ਿਆਂ ਤੇ ਲੱਗ ਜਾਂਦੇ, ਬੱਚੇ ਮਾੜੀ ਸੰਗਤ ਤੇ ਲੱਗ ਜਾਂਦੇ ਆ। ਬਹੁਤ ਢਾਂਚਾ ਵਿਗੜ ਰਿਹਾ ਹੈ, ਕਲਯੁਗ ਦਾ ਪ੍ਰਭਾਵ ਹੈ। ਫਿਰ ਮਾਂ ਬਾਪ ਦਾ ਵੀ ਮਾੜਾ ਹਾਲ ਕਰਦੇ ਆ, ਕੋਈ ਸਤਿਕਾਰ ਨਹੀਂ ਕਰਦੇ। ਜਿਹੜੇ ਗੁਰੂ ਦੇ ਲੜ ਲੱਗਣਗੇ ਬੱਚੇ, ਬਾਣੀ ਪੜ੍ਹਨਗੇ, ਉਹਨਾਂ ਨੂੰ ਸ਼ਰਮ ਜ਼ਰੂਰ ਹੋਏਗੀ ਕਿ ਮੈਂ ਮਾਂ ਬਾਪ ਦੀ ਸੇਵਾ ਕਰਨੀ, ਮੈਂ ਚੰਗੇ ਕੰਮ ਕਰਨੇ ਆ, ਜੇ ਚੰਗੇ ਵਿਚਾਰਾਂ 'ਚ ਪੜਿਆ ਹੋਏਗਾ। ਆ ਸਾਨੂੰ ਗੁਰਸਿੱਖੀ ਦਾ ਬਾਣਾ ਪਾਉਣ ਦਾ ਮਤਲਬ ਕੀ ਹੈ? ਚਾਹੇ ਕੋਈ ਚੋਲੇ ਪਾਵੇ, ਚਾਹੇ ਕੋਈ ਨੀਲੇ ਕੱਪੜੇ ਕਾਲੇ ਪਾਵੇ, ਕੋਈ ਕੁੜਤੇ ਪਜਾਮੇ ਪਾਵੇ, ਪਤਾ ਲੱਗ ਜਾਂਦਾ ਵੀ ਇਹਦਾ ਬਾਣਾ ਗੁਰਸਿੱਖੀ ਦਾ। ਭਾਵੇਂ ਨਿਹੰਗ ਸਿੰਘ ਹੋਵੇ, ਭਾਵੇਂ ਨਾਨਕਸਰ ਵਾਲੇ ਹੋਣ, ਭਾਵੇਂ ਹੋਰ ਕਿਸੇ ਟਕਸਾਲ ਸੰਪਰਦਾ ਦੇ ਹੋਣ, ਭਾਵੇਂ ਅਕਾਲੀ ਸਿੰਘ ਹੋਣ, ਕੋਈ ਵੀ ਹੋਵੇ, ਉਹ ਬਾਣੇ ਦੀ ਸ਼ਰਮ ਹੁੰਦੀ ਹੈ। ਇਹ ਬਾਣੇ ਦੀ ਸ਼ਰਮ ਹੈ। ਗੁਰੂ ਸਾਹਿਬ ਦਾ ਸਿੱਖ ਸੀ ਭਾਈ ਜੋਗਾ, ਉਹ ਡੋਲ ਗਿਆ ਸੀ ਕੰਜਰੀ ਤੇ ਰਾਹ 'ਚ ਆਉਂਦਾ। ਅੱਗੇ ਗੁਰੂ ਸਾਹਿਬ ਬਣ ਕੇ ਖੜ ਗਏ ਸੀ ਪਹਿਰੇਦਾਰ, ਤੇ ਗੁਰੂ ਸਾਹਿਬ ਜਦੋਂ ਖੜੇ ਉੱਥੇ, ਉਹ ਵਾਰ-ਵਾਰ ਕੰਜਰੀ ਦੇ ਚੁਬਾਰੇ ਨੂੰ ਆਵੇ। ਗੁਰੂ ਸਾਹਿਬ ਨੇ ਫਿਰ ਪਹਿਰੇਦਾਰ ਨੇ ਕਿਹਾ, ਉਹ ਸਿੱਖਾ ਕੀ ਆਖਦੇ ਨੇ ਤੇਰੇ ਸਿਰ ਦੇ ਕੇਸ? ਦਿਲ ਠਗਵਾੜਾ ਤੇ ਸਾਧੂ ਭੇਸ, ਅੰਦਰੋਂ ਠਾਗੇ ਦੀ ਉੱਤੋਂ ਸਾਧੂ ਦਾ ਭੇਸ। ਕੀ ਆਖੇ ਤੇਰਾ ਸਿਰ ਦਾ ਕੰਗਾ, ਤੂੰ ਘਰ ਕੰਜਰਾਂ ਦੇ ਵੱਲ ਤੁਰ ਪਿਓ ਨੰਗਾ। ਤੈਨੂੰ ਕੰਗਾ ਕੀ ਕਹਿ ਰਿਹਾ? ਕਸ਼ ਤੇੜ ਦੀ ਮਾਰੇ ਤਾਣੇ, ਇਹ ਭੇਖ ਤੇਰਾ ਸਤਿਗੁਰੂ ਜਾਣੇ। ਤੈਨੂੰ ਤੇਰੀ ਕਸ਼ ਵੀ ਤਾਣੇ ਮਾਰ ਰਹੀ ਹੈ। ਦੂਜਾ ਅੰਮ੍ਰਿਤ ਵੇਲਾ ਹੈ, ਤੂੰ ਕੀ ਕਰਦਾ? ਕਹਿੰਦੇ ਪੰਜੇ ਕੱਕੇ ਧਾਰ ਕੇ ਤੂੰ ਝੂਠ ਬਣਾਇਆ ਠਾਠ। ਜਾ ਸਿੱਖਾ ਘਰ ਆਪਣੇ ਕਰ ਜਪਜੀ ਦਾ ਪਾਠ। ਹੁਣ ਤੇਰਾ ਜਪਜੀ ਦੇ ਸਾਹਿਬ ਦਾ ਟਾਈਮ ਹੈ ਕਿ ਪਾਪ ਕਰਨ ਦਾ ਸਮਾਂ ਹੈ। ਤੂੰ ਪੰਜੇ ਕੱਕੇ ਧਾਰਨ ਕੀਤੇ ਆ, ਝੂਠਾ ਠਾਠ ਬਣਾਇਆ। ਤੇਰੀ ਕਿਰਪਾਨ ਕੀ ਆਖਦੀ ਹੈ? ਤੇਰੇ ਕੇਸ ਕੀ ਆਖਦੇ ਨੇ? ਤੇਰਾ ਭੇਖ ਕੀ ਆਖਦਾ ਹੈ? ਹੱਥ ਵਿੱਚ ਤੂੰ ਗੁਰੂ ਦੇ ਕੜੇ ਪਾਏ ਹੋਏ ਨੇ, ਗੁਰੂ ਦੀ ਬੰਦੀ ਖਾਨੇ ਵਿੱਚ ਤੂੰ ਕੈਦ ਕੀਤਾ ਆਪਣੇ ਆਪ ਨੂੰ, ਹੱਥ 'ਚ ਕੜੇ ਪਾ ਕੇ, ਹੱਥ ਕੜੀਆਂ ਲਾ ਕੇ। ਗੁਰੂ ਦੀ ਕਿਰਪਾਨ ਪਾ ਕੇ
ਤੂੰ ਸੰਤ ਸਿਪਾਹੀ ਬਣਿਆ ਹੈ, ਗੁਰੂ ਦਾ ਸਿਪਾਹੀ ਬਣਿਆ। ਜਦ ਸਦਾ ਕਸ਼ਹਿਰਾ ਪਹਿਨਿਆ ਹੀ ਕੇਸ ਰੱਖ ਕੇ ਤੂੰ ਗੁਰੂ ਦਾ ਰੂਪ ਬਣਾਇਆ ਹੈ ਕਿ ਮੇਰਾ ਰੂਪ ਸਿੱਖ ਦਾ ਹੈ। ਤੂੰ ਸਿੱਖ ਦਾ ਰੂਪ ਬਣਾ ਕੇ ਜਦ ਸਦ ਦੇ ਕਸ਼ਹਿਰੇ ਪਾ ਕੇ ਹੱਥਾਂ ਨੂੰ ਹੱਥ ਕੜੀਆਂ ਲਾ ਕੇ ਫਿਰ ਤੂੰ ਗਲਤ ਪਾਸੇ ਜਾਣਾ ਹੈ। ਇਹ ਤੈਨੂੰ ਪੰਜੇ ਕਕਾਰ ਇਹ ਭੇਖ ਕਹਿ ਰਿਹਾ ਕਿ ਤੂੰ ਗੁਰੂ ਦਾ ਹੈ ਤੇ ਗੁਰੂ ਵਾਲੇ ਕੰਮ ਕਰੀਦੇ ਹੁੰਦੇ। ਸਿੱਖ ਮਾੜੇ ਕੰਮ ਨਹੀਂ ਕਰਦਾ। ਸਿੱਖੀ ਸਿੱਖਿਆ ਗੁਰੂ ਵਿਚਾਰ। ਨਦਰੀ ਕਰਮ ਲੰਘਾਏ ਪਾਰ। ਅੱਜ ਆ ਜਿਹੜੀਆਂ ਬਿਮਾਰੀਆਂ ਆ ਰਹੀਆਂ ਨਾ ਇਹ ਸਾਡੇ ਲੱਛਣਾਂ ਤੇ ਆ ਰਹੀਆਂ ਕਿਉਂਕਿ ਅਸੀਂ ਬਿਲਕੁਲ ਰੱਬ ਤੋਂ ਟੁੱਟ ਚੁੱਕੇ ਨੇ। ਸਵੇਰੇ ਅੰਮ੍ਰਿਤ ਵੇਲੇ ਨਹੀਂ ਗੁਰਦੁਆਰੇ ਇਸ਼ਨਾਨ ਦੇ, ਗੁਰਦੁਆਰੇ ਨਹੀਂ ਜਾਂਦੇ, ਪਾਠ ਨਹੀਂ ਕਰਦੇ, ਸੌਣ ਲੱਗਿਆ ਸ਼ਾਮਾਂ ਨੂੰ ਨਹੀਂ ਕਰਦੇ, ਸਤਸੰਗ ਨਹੀਂ ਕਰਦੇ। ਇਸ ਕਰਕੇ ਅੱਜ ਇਹ ਬਿਮਾਰੀ ਚੜ੍ਹ ਕੇ ਆਈ। ਗੁਰਮੁਖਾਂ ਨੂੰ ਨਹੀਂ ਕੋਈ ਕਹਿਣਾ ਇਹਨੇ। ਜਿਵੇਂ ਉਹਨਾਂ ਕਿਹਾ ਸੀ ਹਜ਼ੂਰ ਸਾਹਿਬ ਵਾਲਿਆਂ ਦੀ ਜੇ ਬਿਮਾਰੀ ਵੀ ਲੱਗ ਵੀ ਗਈ ਹੈ ਨਾ ਸਾਰੇ ਠੀਕ ਹੋਣਗੇ। ਗੁਰਮੁਖਾਂ ਨੂੰ ਸਤਿਗੁਰੂ ਬਚਾਏਗਾ, ਗੁਰਸਿੱਖਾਂ ਨੂੰ, ਤੇ ਮਨਮੁਖਾਂ ਨੂੰ ਖਾ ਜਾਏਗੀ। ਗੁਰਮੁਖ ਮਨਮੁਖ ਖਾਦੇ ਗੁਰਮੁਖ ਉਭਰੇ। ਇਹਦਾ ਚੱਕਰ ਚੱਲਣਾ ਹੀ ਚੱਲਣਾ ਹੈ, ਇਹਨੇ ਵਧੀ ਜਾਣਾ। ਕੀ ਕਰੇਗੀ ਸਰਕਾਰ? ਬੱਚੇ ਤੁਹਾਡੇ ਘਰਾਂ 'ਚ ਬੈਠੇ ਆ, ਕਾਰੋਬਾਰ ਆਉਣੇ ਜਾਣੇ ਤੁਹਾਡੇ ਬੰਦ ਹੋ ਗਏ, ਰਿਸ਼ਤੇਦਾਰ ਭੈਣ ਭਾਈ ਵੀ ਨਹੀਂ ਕੋਈ ਆ ਸਕਦਾ, ਤੁਸੀਂ ਨਹੀਂ ਕਿਤੇ ਜਾ ਸਕਦੇ। ਫਿਰ ਇਹ ਕੋਈ ਚੰਗੇ ਲੱਛਣ ਨਹੀਂ। ਇਸ ਕਰਕੇ ਇਹ ਮਾਂ ਸੰਪੜ ਪਾਠ ਰੱਖਿਆ ਕਿ ਪਰਮਾਤਮਾ ਸਾਡੇ ਦੁੱਖ ਕੱਟੇ, ਤਕਲੀਫਾਂ ਕੱਟੇ। ਇਹ ਮਾਂ ਸੰਪੜ ਪਾਠ ਹੋਏਗਾ। ਤੁਸੀਂ ਕਿਹੜਾ ਕੋਈ ਬਾਂਹ ਖੜੀ ਕਰੇ ਮੈਂ ਕਰਵਾਣਾ, ਜੇ ਕੋਈ ਕਰਵਾਣਾ ਵੀ ਚਾਹੇ ਤੇ ਸੰਪੂਰਨ ਨਹੀਂ ਹੁੰਦਾ। ਬਿਨਾਂ ਕਿਰਪਾ ਤੋਂ, ਬਖਸ਼ਿਸ਼ ਤੋਂ, ਬਿਨਾਂ ਕਿਸੇ ਸ਼ਕਤੀ ਦੇ ਵਿੱਚ ਨਾ ਪ੍ਰਵੇਸ਼ ਹੋਵੇ ਤੇ ਸੰਪੂਰਨ ਨਹੀਂ ਹੁੰਦਾ। ਉਲਟਾ ਚੱਕਰ ਚੱਲ ਜਾਂਦਾ ਹੈ ਜੇ ਮਰਜ਼ਾਦਾ ਵਿੱਚ ਨਾ ਹੋਵੇ। ਵਰ ਨਹੀਂ ਸਾਬਤ ਹੁੰਦੇ, ਫਿਰ ਸ਼ਰਾਪ ਸਾਬਤ ਹੁੰਦੇ ਆ। ਵਰ ਸਾਬਤ ਹੁੰਦੇ ਆ ਜੇ ਕੋਈ ਗੁਰੂ ਸਹਾਈ ਹੋਵੇ, ਮਹਾਂਪੁਰਖਾਂ ਦੀ ਸੰਗਤ ਹੋਵੇ, ਫਿਰ ਇਹ ਕਾਰਜ ਸੰਪੂਰਨ। ਪਰ ਹੁਣ ਇੱਥੇ ਮਾਂ ਸੰਪੜ ਪਾਠ ਹੋ ਗਿਆ ਤੇ ਦੱਸੋ ਕਿਹੜਾ ਖਾਲੀ ਰਹਿ ਗਿਆ? ਸਾਰਿਆਂ ਦਾ ਭਲਾ ਹੋ ਗਿਆ ਨਾ, ਤੁਹਾਡਾ ਸਭ ਦਾ ਸਾਂਝਾ ਹੈ। ਜਿਹੜੇ ਇੱਥੇ ਸੇਵਾ ਡਿਊਟੀਆਂ ਕਰ ਰਹੇ ਆ ਉਹ ਕੋਈ ਨਾ ਕੋਈ ਲੈ ਜਾਣਗੇ ਗੁਰੂ ਤੋਂ। ਮਹਾ ਸੰਕਟ ਵਿੱਚ ਅਸੀਂ ਮਹਾ ਸੰਪਟ ਪਾਠ ਕਰਕੇ ਗੁਰੂ ਦਾ ਬਚਾਂਗੇ। ਸਾਨੂੰ ਗੁਰੂ ਦੁੱਖਾਂ ਤਕਲੀਫਾਂ ਤੋਂ ਸਾਡੀ ਸਤਿਗੁਰੂ ਰੱਖਿਆ ਕਰਨਗੇ। ਤੇ ਸਾਰੇ ਭਾਈ ਗੁਰੂ ਨਾਨਕ ਸਾਹਿਬ ਨੇ ਕੀਤਾ ਸੀ ਕੀਰਤਨ ਬਗਦਾਦ। ਪੀਰਾਂ ਨੇ ਕਿਹਾ ਵੀ ਇਹ ਤਾਂ ਚੰਚਲਤਾ ਹੀ ਹੈ, ਇਹ ਸਾਡੇ ਧਰਮ ਵਿੱਚ ਕੀਰਤਨ ਕਰਨਾ ਨਹੀਂ, ਤੁਸੀਂ ਕਿਉਂ ਕੀਤਾ ਹੈ? ਗੁਰੂ ਸਾਹਿਬ ਕਹਿੰਦੇ ਭਾਈ ਇਹ ਕੀਰਤਨ ਚੰਚਲਤਾ ਹੀ ਨਹੀਂ, ਇਹ ਕੀਰਤਨ ਦੁਨੀਆ ਨੂੰ ਤਾਰੇਗਾ। ਆਖੋ ਸੀ ਜਿਹੜਾ ਕੀਰਤਨ ਕਰੇਗਾ ਸੁਣੇਗਾ ਉਹਦਾ ਉਧਾਰ ਹੋਏਗਾ। ਚੰਚਲਤਾ ਹੀ ਉਹਨਾਂ ਵਾਸਤੇ ਜਿਨ੍ਹਾਂ ਨਾਚ ਗਾਣੇ ਕਰਨੇ ਆ, ਜਿਨ੍ਹਾਂ ਪਰਮੇਸ਼ਰ ਨੂੰ ਆਰਾਧਨਾ ਹੈ, ਉਹਨਾਂ ਵਾਸਤੇ ਸਾਜ਼-ਬਾਜ਼ ਚੰਚਲਤਾ ਹੀ ਨਹੀਂ, ਇਹ ਰੱਬ ਨਾਲ ਜੋੜਦੇ। ਉਹਨਾਂ ਨੇ ਕੀਰਤਨ ਨਹੀਂ ਕਰਦੇ ਮੁਸਲਮਾਨਾਂ ਦੇ ਵਿੱਚ ਮਜ਼ਹਬ ਜਿਸ ਤਰ੍ਹਾਂ ਅਲੱਗ-ਅਲੱਗ ਨੇ।
ਤੇ ਉਹਨਾਂ ਨੇ ਫਿਰ ਕੀਰਤਨ ਤੇ ਗੁਰੂ ਸਾਹਿਬ ਕਹਿੰਦੇ ਕੀਰਤਨ ਨੁਕਸਾਨ ਨਹੀਂ ਕਰਦਾ, ਚੰਚਲਤਾਈ ਨੂੰ ਰੋਕਦਾ ਹੈ, ਇਹ ਮਨ ਨੂੰ ਜੋੜਦਾ ਹੈ। ਅੰਮ੍ਰਿਤ ਵੇਲੇ ਆਸਾ ਦੀ ਵਾਰ ਗਾਵਾਂਗੇ ਮਨ ਜੁੜਦਾ ਹੈ, ਸ਼ਬਦ ਕੀਰਤਨ ਕਰਾਂਗੇ ਮਨ ਜੁੜਦਾ ਹੈ ਕੀਰਤਨ ਦੁਆਰਾ। ਬਹੁਤ ਸੁਖਾਲਾ ਸਾਧਨ ਹੈ ਇਹ, ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ। ਸਭ ਤੋਂ ਪਹਿਲੋਂ ਗੁਰੂ ਨਾਨਕ ਸਾਹਿਬ ਨੇ ਇਹ ਸਾਡੇ ਤੇ ਮਿਹਰ ਕੀਤੀ ਹੈ। ਬ੍ਰਹਮਾ ਦਾ ਪੁੱਤਰ ਵੱਡਾ ਨਾਰਦ ਮੁਨੀ ਜਿਹੜਾ ਹਰ ਸਮੇਂ ਕੀਰਤਨ ਕਰਦਾ, ਕੀਰਤਨ ਭਗਤੀ ਕਰਦਾ, ਇਹ ਸਭ ਤੋਂ ਵੱਡੀ ਭਗਤੀ ਗਿਣੀ ਗਈ ਹੈ। ਕੀਰਤਨ ਭਗਤੀ ਸਭ ਤੋਂ ਉੱਤਮ ਗਿਣੀ ਗਈ ਤੇ ਗੁਰੂ ਨਾਨਕ ਸਾਹਿਬ ਨੇ ਸਿੱਖਾਂ ਨੂੰ ਕੀਰਤਨ ਬਖਸ਼ਿਆ। संतन के सुनियत प्रभ की बात, कथा कीर्तन नंद मंगल तुनपुर रही दिन सा रात। आरैन सबाई कीर्तन आए संत परौने, कीर्तन हुआ रैन सबाई। सैन भगत तर गया, सैन भगत दी कुल तर गई। बुत्तियां भरन वाला नाई सी, दालां सब्जियां बनाउणियां, भांडे जूठे मांजने काम सी नाई जात दा। पर उहनूं रास आ गई, उहने महापुरखां दे भांडे मांजे, उहनां ने महापुरुषां दे लंगर तैयार कीते, रसदायक पदार्थ तैयार करके छकाए ते महापुरखां ने रस दे गए। आखो सी कहंदे भाई तू सानू लंगर दे विच बड़ा रस दिता है ते हुण लै फिर रात दी रैन सवाई च सैन तू रस लैड़ा। आखो सी उहनूं इन्ना रस आया कि उहने कीर्तन ना छड्डिया, राजे कोल जाना सी वो छड्ड दित्ता। जिवें मराड़ ने कहा सी ना, महाराज मैं तुहानूं इस दुनिया च पार लाया है, मेरी बेड़ी दरगाह च पार लायो। मैं तुहानूं इस दुनिया च मैं किराया नहीं लेना तुहाडे तो, बस मैनूं इस दे बदले यही दे देना। मैं सागर तो पार कीता है, तुसी भव सागर तो मैनूं पार कर दिया जी। मैं छोटा मलाह हां, तुसी वड्डे मलाह भव सागर दे। सैन ने महापुरखां नूं रस भरे खाने खुआए, महापुरुषां ने कि लिया फिर तू सानू रस वाले खाने खुआया ना, असी भी साडे कोल भी जो पदार्थ है असी वो तेनू रस वाला खुआने आ। तेरे कोल जो पदार्थ सी तू जात दा नाई ते लंगर पानी तैयार करदा है, जेड़े तेरे कोल जो पदार्थ सी उन्हां च रस भर भर के तू सानू छकाया है। ते लै फिर गुरमुखा हुण असी आपदा पदार्थ भोजन कीर्तन नीत असी तेनू रस वाला छकाउणे आ। ते एक रात सी सैन दे बंधन कट्टे गए, एक रैन सवाई ची सैन दी थां ते रब प्रगट हो के सैन दा कम कर आया। आखो सी सैन दाई बुतकारियां ओ घर घर सुनिया, हिरदे वसिया पार ब्रह्म भगता में गिणिया। हिरदे च रब वस गया, सैन भी सच्चा भगत बन गया। ये रहन सबाई महापुरखां दी च कीर्तन च जुड़ना, सारी सारी रात बहना, फिर जपजी साहब शब्द यारे सुखमनी दे पाठ शुरू हो जाते, फिर आसा दी वार शुरू हो जाती। ये रहन सबाई कीर्तन दे विच गुरु साहब जेड़ी मर्जी मेहर करदे, भावें पूरी नगरी नूं तार दे। एक नास्तिक राजा हरीचंद जेड़ा आपदी घर नूं भी रोकदा सी तू सत्संग च नहीं जाना, पर उहदी घरवाली चोरी सत्संग च जांदी सी।
ਇੱਕ ਦਿਨ ਉਹਨੇ ਵੇਖਿਆ ਨਹੀਂ ਤੇ ਸ਼ੱਕ ਪੈ ਗਿਆ ਤੇ ਮਗਰ ਤੁਰਿਆ। ਰਾਣੀ ਸੰਗਤ ਵਿੱਚ ਜਾ ਕੇ ਬੈਠ ਗਈ, ਉਹਨੇ ਖੜਾਮ ਚੋਰੀ ਕਰਕੇ ਲੈ ਆਂਦੀ ਹੈ। ਸਵੇਰੇ ਪੁੱਛਗਿੱਛ ਕਰਾਂਗੇ ਕਿ ਸੰਗਤ ਵਿੱਚ ਕਿਉਂ ਗਈ ਹੈ ਤੂੰ। ਸੰਗਤ ਨੇ ਅਰਦਾਸ ਕੀਤੀ ਮੇਰੀ ਖੜਾਮ ਤੋਂ ਮੇਰਾ ਭੇਦ ਖੁੱਲ ਜਾਏਗਾ, ਰਾਜੇ ਨੂੰ ਪਤਾ ਲੱਗ ਜਾਏਗਾ। ਸੰਗਤ ਨੇ ਅਰਦਾਸ ਕੀਤੀ, ਖੜਾਮ ਨਾਲ ਜੁੜ ਗਈ, ਜੋੜੀ ਜੁੜੀ ਖੜਾਮ ਪੁਰਾਣੀ। ਕੱਲੀ ਖੜਾਮ ਨਹੀਂ ਜੁੜੀ ਪਿਆਰਿਓ, ਜੱਗ ਹੀ ਜੁੜ ਗਿਆ ਸੀ। ਆਖੋ ਸੀ ਉਹ ਨਾਸਤਕ ਰਾਜਾ, ਰਾਣੀ ਰੱਬ ਨਾਲ ਜੁੜੀ ਹੋਈ ਸੰਤਾਂ ਦੀ ਸੰਗਤ ਵਿੱਚ ਅਰਦਾਸ ਕੀਤੀ ਮਹਾਂਪੁਰਖਾਂ ਨੇ ਕਿ ਰਾਣੀ ਦੀ ਖੜਾਮ ਜੁੜ ਜਾਏ। हे परमात्मा परमेश्वर किरपा कर, ਜਿਹੜਾ ਰਾਜਾ ਇਸ ਨੂੰ ਰੋਕਦਾ ਹੈ ਉਹ ਵੀ ਜੁੜ ਜਾਵੇ। ਆਖੋ ਉਹ ਰਾਜਾ ਵੀ ਜੁੜ ਜਾਵੇ। ਸਾਧ ਸੰਗਤ ਰਾਧਿਆ ਜੋੜੀ ਜੁੜੀ, ਖੜਾਮ ਦੀ ਵੀ ਜੁੜ ਗਈ ਤੇ ਰਾਜੇ ਤੇ ਰਾਣੀ ਦੀ ਵੀ ਜੁੜ ਗਈ। ਰਾਣੀ ਘਰੇ ਗਈ, ਉਹਨੇ ਕਿਹਾ ਖੜਾਮ, ਕਹਿੰਦੇ ਆ ਬਈ। ਉਹਨੇ ਕਿਹਾ ਮੈਂ ਲੁਕੋ ਕੇ ਰੱਖੀ ਲਿਆ ਕੇ, ਇਹ ਕਿੱਥੋਂ ਕਿਵੇਂ ਜੁੜੀ? ਉਹ ਕਹਿੰਦੀ ਸਾਧ ਸੰਗਤ ਰਾਧਿਆ ਜੋੜੀ ਜੁੜੀ ਖੜਾਮ ਪੁਰਾਣੀ। ਰਾਜੇ ਡਿੱਠਾ ਚਲਤੇ ਇਹੋ ਜਿਹਾ ਚਲਤ ਵੇਖਿਆ ਵੀ ਇਹ ਤਾਂ ਬੜਾ ਚੋਜ ਹੈ, ਬੜੀ ਸੰਗਤ ਚ ਸ਼ਕਤੀ ਹੈ, ਇਹ ਖੜਾਮ ਹੈ ਚੋਜ ਵਡਾਣੀ। ਰਾਜਾ ਕਹਿੰਦਾ ਰਾਣੀ ਹੁਣ ਮਮੀ ਤੇਰੇ ਨਾਲ ਜਾਵਾਂਗਾ ਸੰਗਤ ਚ। ਆਖੋ ਇੰਨਾ ਰੰਗ ਚੜਿਆ ਕਿ ਰਾਜਾ ਹਰੀਚੰਦ ਨਗਰੀ ਸਮੇਤ ਦਰਗਾਹ ਹੋ ਗਿਆ। ਉਹ ਨਾਸਤਕ ਜਿਹੜਾ ਘਰ ਵਾਲੀ ਨੂੰ ਵੀ ਰੋਕਦਾ ਸੀ, ਸਾਧ ਸੰਗਤ ਵਿੱਚ ਇੰਨੀ ਸ਼ਕਤੀ ਏ ਕਿ ਉਹ ਤਾਂ ਨਾਸਤਕਾਂ ਨੂੰ ਵੀ ਗੁਰਮੁਖ ਬਣਾ ਦੇਗੀ। ਤੁਸੀਂ ਜੁੜੋ ਤਾਂ ਸੀ, ਅਰਦਾਸ ਕਰੋ ਟੁੱਟਿਆਂ ਦੀ। ਪਰਮੇਸ਼ਰ ਟੁੱਟਿਆਂ ਨੂੰ, ਮਨਮੁਖਾਂ ਨੂੰ, ਪੁੱਤ ਹੋਣ, ਪਤੀ ਹੋਣ, ਸਾਸਾਰਾ ਹੋਣ, ਗੁਰੂ ਸਾਹਿਬ ਮਿਹਰ ਕਰਨਗੇ। ਉਹਨੇ ਕਿਹਾ ਵੀ ਇਹ ਜੋੜੀ ਖੜਾਮ ਦੀ ਜੋੜੀ ਕਿੰਨੀ ਆ? ਆਖੋ ਸੀ ਤੇਰੇ ਜੋੜੀਆਂ ਬਣਾਉਣ ਵਾਲਾ ਬੜੇ ਕਿੱਥੇ ਰਹਿੰਦਾ ਤਾਰਾ ਰਾਣੀ। ਤੇਰੀਆਂ ਜੋੜੀਆਂ ਬਣਾਉਣ ਵਾਲਾ ਕਿੱਥੇ ਰਹਿੰਦਾ ਤਾਰਾ ਰਾਣੀਏ। ਤੇਰੇ ਜੋੜੀਆਂ ਬਣਾਵਣ ਵਾਲਾ ਕਿੱਥੇ ਰਹਿੰਦਾ ਤਾਰਾ ਰਾਣੀਏ। ਤੇਰਾ ਜੋੜੀਆਂ ਬਣਾਵਣ ਵਾਲਾ ਕਿੱਥੇ ਰਹਿੰਦਾ ਤਾਰਾ ਰਾਣੀਏ। ਤੇਰੀਆਂ ਜੋੜੀਆਂ ਬਣਾਉਣ ਵਾਲਾ ਸੰਗਤਾਂ ਦੇ ਵਿੱਚ ਵਸਦਾ। ਮੇਰੀਆਂ ਜੋੜੀਆਂ ਬਣਾਉਣ ਵਾਲਾ ਸੰਗਤਾਂ ਦੇ ਵਿੱਚ ਵਸਦਾ। ਜੋੜੀਆਂ ਬਣਾਵਣ ਵਾਲਾ ਸੰਗਤਾਂ ਦੇ ਵਿੱਚ ਵਸਦਾ। ਜੋੜੀਆਂ ਬਣਾਵਣ ਵਾਲਾ ਸੰਗਤਾਂ ਦੇ ਵਿੱਚ ਵਸਦਾ। ਜੀ ਜੋੜੀਆਂ ਬਣਾਉਣ ਵਾਲਾ ਕਿੱਥੇ ਰਹਿੰਦਾ ਤਾਰਾ ਰਾਣੀਏ। ਇਹ ਜੋੜੀਆਂ ਬਣਾਉਣ ਵਾਲਾ ਕਿੱਥੇ ਰਹਿੰਦਾ ਤਾਰਾ ਰਾਣੀਏ। ਉਹ ਮੇਰੀਆਂ ਜੋੜੀਆਂ ਬਣਾਵਣ ਵਾਲਾ ਸੰਗਤਾਂ ਦੇ ਵਿੱਚ ਵਸਦਾ। ਜੋੜੀਆਂ ਬਣਾਵਣ ਵਾਲਾ ਸੰਗਤਾਂ ਦੇ ਵਿੱਚ ਵਸਦਾ।
ਸਾਧ ਸੰਗਤ ਸਥਾਨ ਜਗਮਗ ਨੂਰ, ਇਥੋਂ ਕੋਈ ਖਾਲੀ ਨਹੀਂ ਜਾਂਦਾ। ਜਿਹੜਾ ਸੰਗਤ ਵਿੱਚ ਆਉਂਦਾ ਹੈ ਨਿਮਾਣਾ ਬਣ ਕੇ ਕੀਰਤਨ ਕਰਦਾ ਹੈ, ਸੇਵਕ ਬਣ ਕੇ ਸੰਗਤ ਵਿੱਚ ਆਉਂਦਾ ਹੈ, ਨੀਵੇਂ ਹੋ ਕੇ ਰਹਿਣਾ ਹਰ ਪੱਖ ਚ। ਵੱਡੇ ਵੱਡੇ ਨਾਂ ਨਹੀਂ, ਵੱਡੇ ਵੱਡੇ ਬਣਨਾ ਨਹੀਂ, ਮੈਲ ਏ। ਮੈਂ ਪ੍ਰਧਾਨ ਨਿਰੀ ਮੈਲ, ਮੈਂ ਸੰਤ ਮੈਲ ਏ, ਮੈਂ ਜਥੇਦਾਰ, ਮੈਂ ਗਿਆਨੀ, ਮੈਂ ਰਾਗੀ, ਮੈਂ ਪਾਠੀ, ਮੈਂ ਪ੍ਰਬੰਧਕ। ਇਹ ਮੈਲ ਚੰਬੜੀ ਸਭ। ਗੁਰੂ ਸਾਹਿਬ ਕਹਿੰਦੇ ਆਪਾਂ ਦਾਸ ਆ, ਮੈਲ ਲਾਓ। ਇਹ ਮੈਲ ਲੱਗੀ ਹੋਈ ਹੈ ਜਿਹੜਾ ਅਸੀਂ ਚੋਪੜੇ ਹੋਏ ਆਪਣੇ ਆਪ ਨਾਮਾਂ ਦੇ ਨਾਲ ਅਸੀਂ ਬਣੇ ਹੋਏ ਆ। ਤਾਈਓ ਹੀ ਸਾਨੂੰ ਅੱਗੇ ਦਾ ਗਿਆਨ ਨਹੀਂ ਹੁੰਦਾ। ਜਿਹੜੀ ਹੁਣ ਦੀ ਮੈਲ ਚੱਕੀ ਫਿਰਦੀ ਟੋਕਰੀ ਗਾਂਦੀ ਕਿ ਮੈਂ ਪ੍ਰਧਾਨ ਆ, ਮੈਂ ਪ੍ਰਬੰਧਕ। ਲੜਦੇ ਆ ਸੈਕਟਰੀ ਮੈਨੂੰ ਬਣਾਓ, ਪ੍ਰਧਾਨ ਮੈਨੂੰ ਬਣਾਓ। ਕਿੰਨੇ ਝਗੜੇ ਕਲੇਸ਼। ਕਮੇਟੀ ਦੇ ਮੈਂਬਰ ਬਣਨ ਵਾਸਤੇ ਸ਼ਰਾਬਾਂ ਚੱਕ ਕੇ ਤੁਰ ਪੈਂਦੇ ਆ, ਪੈਸੇ ਚੱਕ ਕੇ ਤੁਰ ਪੈਂਦੇ ਆ। ਉਹ ਜਿਸ ਥਾਂ ਦੇ ਦਾਸ ਬਣਦੇ ਨੇ ਗੁਰੂ ਰਾਮਦਾਸ ਜੀ, ਗੁਰੂ ਅਮਰਦਾਸ ਜੀ, ਗੁਰੂ ਅੰਗਦ ਦੇਵ ਜੀ, ਤੂੰ ਉੱਥੇ ਪ੍ਰਧਾਨ ਬਣਨ ਨੂੰ ਜਾਣਾ ਤੇ ਲੈ ਲਾ ਭਾਵੇਂ 25 ਸਾਲ ਪ੍ਰਧਾਨ ਬਣਿਆ ਰਹੀ, ਖਾਲੀ ਦੇ ਠੂਠਾ ਖੜਕਾ ਕੇ ਆਏਗਾ। ਤੈਨੂੰ ਮਿਲ ਨਹੀਂ ਲੱਗਾ ਕੋਈ 5 ਸਾਲ ਬਣ ਕੇ ਤੁਰੇ ਜਾਂਦੇ ਆ, 10-10 ਸਾਲ ਬਣ ਕੇ ਵੀ ਤੁਰੇ ਜਾਂਦੇ ਆ। ਇੱਕ ਗੁਰਦੁਆਰੇ ਕੀ ਸਾਰੇ ਗੁਰਦੁਆਰਿਆਂ ਦੇ ਬਣ ਜਾਓ। ਗੁਰੂ ਸਾਹਿਬ ਤਾਂ ਦਾਸਾਂ ਨੂੰ ਦਿੰਦੇ ਆ। ਕੋਈ ਹੋਏ ਐਸਾ, ਕੋਈ ਦਾਸ ਹੋਏ ਤਾਂ ਹੀ ਮਿਲੇ ਭਗਵਾਨ। ਚੌਧਰਾਂ ਦੀ ਭਾਲ ਨਹੀਂ ਕਰਨੀ। ਜਦੋਂ ਗੁਰੂ ਘਰ ਜਾਓ ਦਾਸ ਵਾਲੀ ਭਾਲ ਕਰੋ, ਸੇਵਾ ਵਾਲੀ। ਗੁਰੂ ਅੰਗਦ ਦੇਵ ਜੀ ਕਹਿੰਦੇ ਪੁਰਖਾ ਹੁਣ ਸੰਗਤਾਂ ਨੂੰ ਤੂੰ ਸੰਭਾਲਣਾ ਹੈ, ਇਹ ਸਾਰੇ ਕਾਜ ਤੂੰ ਕਰਨੇ ਹੈ। ਸਾਰੀ ਪੰਡ ਕਹਿੰਦੇ ਜੀ ਮੈਂ ਬੁੱਢਾ, ਮੈਂ ਇੰਨੀ ਭਾਰੀ ਪੰਡ ਨਹੀਂ ਚੱਕ ਸਕਦਾ। ਗੁਰੂ ਵਾਲੀ ਪਦਵੀ ਮਿਲ ਰਹੀ ਹੈ, ਅੱਖਾਂ ਚੋਂ ਨੀਰ ਵਹਿ ਰਿਹਾ ਕਿ ਮਹਾਰਾਜ ਜੀ ਮੈਂ ਪੰਡ ਭਾਰੀ ਚੱਕ ਨਹੀਂ ਸਕਦਾ। ਉਹਦਾ ਗੁਰੂ ਸੀ, ਗੁਰੂਆਂ ਦਾ ਸਥਾਨ ਹੈ। ਅੱਜ ਸਥਾਨ ਤੇ ਅਸੀਂ ਕਈ ਰੂਪ ਬਣਾ ਕੇ ਬੈਠੇ ਸੀ ਕਿ ਸਾਡੀ ਇਹ ਪਹਿਚਾਣ ਹੈ ਕਿ ਬਾਬਾ ਜੀ ਨੇ, ਸੰਤ ਨੇ, ਮਹੰਤ ਨੇ, ਇਹ ਜਥੇਦਾਰ ਨੇ, ਸਾਡੀ ਪਹਿਚਾਣ ਹੈ। ਪਰ ਸਾਡਾ ਅੰਦਰ ਦੀ ਅਵਸਥਾ ਸਾਧ ਸੰਗਤ ਦੇ ਚਰਨਾਂ ਵਿੱਚ ਹੋਵੇ। ਅਸੀਂ ਨੀਵੇਂ ਹੋਈਏ, ਕੂਕਰ ਹੋਈਏ, ਜ਼ਰੂਰ ਕੋਈ ਨਾ ਕੋਈ ਪਾ ਕੇ ਜਾਵਾਂਗੇ, ਜ਼ਰੂਰ ਕੋਈ ਨਾ ਕੋਈ ਖੱਟ ਕੇ ਜਾਵਾਂਗੇ, ਜ਼ਰੂਰ ਪੰਡਾ ਬਣ ਕੇ ਜਾਵਾਂਗੇ ਗੁਰੂ ਘਰ ਵਿੱਚੋਂ। ਸੇਵਕ ਕਾ ਹੋਏ ਸੇਵਕ ਵਰਤਾ, ਸੇਵਕ ਜਨ ਬਣੀ। ਠਾਕਰ ਲਿਵ ਲਾਗੇ ਬਣੇ ਕੋਈ ਸੇਵਕ, ਠਾਕਰ ਨਾਲ ਲਿਵ ਲੱਗ ਜਾਏਗੀ। ਮਨ ਵਿੱਚ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਜ ਰਾਸ। ਗਰੀਬ ਬਣ ਕੇ, ਨਿਮਾਣੇ ਬਣ ਕੇ ਸਾਰੀਆਂ ਸੇਵਾ ਡਿਊਟੀਆਂ ਕਰੋ, ਸਤਿਗੁਰ ਬਖਸ਼ ਲੈਣ। ਹਰ ਸਮੇਂ ਆਪਦੇ ਗੁਨਾਹ ਕਬੂਲ ਕੇ ਗੁਰੂ ਦੇ ਚਰਨਾਂ ਤੇ ਟਹਿੰਦੇ ਰਹਿਣਾ ਹੈ ਤੇ ਸਤਿਗੁਰੂ ਬਖਸ਼ਦੇ ਰਹਿਣਗੇ। ਤੂੰ ਡਿੱਗਦਾ ਰਹੀ, ਗੁਰੂ ਸਾਹਿਬ ਤੈਨੂੰ ਬਖਸ਼ਦੇ ਰਹਿਣਗੇ। ਹੈ ਅਸੀਂ ਗੁਨਾਹੀ ਪਾਪੀ, ਪਾਪਾਂ ਦੇ ਪੁਤਲੇ ਆ, ਗੁਰੂ ਸਾਹਿਬ ਬਖਸ਼ਣ ਵਾਲੇ। ਹੁਣ ਸਮਾਪਤੀ ਹੈ, ਸੁਖਮਨੀ ਸਾਹਿਬ ਦੇ ਪਾਠ ਸੰਗਤਾਂ ਕਰਨਗੀਆਂ। ਇੱਥੇ ਹੁਣ ਸਮਾਪਤੀ ਦੇ ਹੁਕਮਨਾਮਾ ਅੰਦਰੋਂ ਸਰਵਣ ਕਰਾ ਦਿਓ।